ਜਲੀਆਂ ਕਟੀਆਂ ਗੱਲਾਂ ਸੁਣ ਕੇ ਮੈਂ ਡਿਪਰੈਸ਼ਨ ਵਿੱਚ ਹੋ ਜਾਂਦਾ ਸੀ ਤੇ ਸ਼ਾਮ ਨੂੰ ਜਦੋਂ ਮੈਂ ਘਰ ਜਾਂਦਾ ਸੀ ਉਸ ਤੋਂ ਪਹਿਲਾਂ ਵੀ ਉਹ ਵਰਕਰ 45 ਮਿੰਟ ਤੱਕ ਇਸ ਤਰ੍ਹਾਂ ਦੀਆਂ ਹੀ ਗੱਲਾਂ ਜਾਂ ਭਾਸ਼ਣ ਦਿੰਦਾ ਸੀ। ਉਸ ਦਿਨ ਸਾਡੇ ਨਾਲ ਕੀ ਗਲਤ ਹੋਇਆ, ਉਹ ਦਿਨ ਕਿਉਂ ਖਰਾਬ ਗੁਜ਼ਰਿਆ, ਮੈਂ ਨਿਰਉਤਸ਼ਾਹਿਤ ਨਿਰਾਸ਼ ਹੋ ਕੇ ਘਰ ਨੂੰ ਮੁੜਦਾ ਸੀ। आखिरकार मैं निर्णय लिया कि मैं दूजे डिपार्टमेंट में चला जावां। इस नाल बहुत ज़्यादा फर्क पिया क्योंकि हुण मैं इहो जिहे लोकां विच सां जिहड़े दोवें पहलुआं ते विचार कर सकदे सन। असीं किस तरह सोचदे हां यह साडे समूह तो तय हुंदा है। सुनिश्चित कर लिओ कि तुसीं इहो जिहे समूह विच होवो जिहड़ा ठीक सोचदा हो। तुसीं ਇਹ ਹਾਈ ਸਕੂਲ ਵਿੱਚ ਵਾਰ-ਵਾਰ ਦੇਖਿਆ ਹੋਵੇਗਾ ਕਿ ਕੁਝ ਅਵਾਰਾ ਮੁੰਡੇ ਉਸ ਕਲਾਸਮੇਟ ਦਾ ਮਖੌਲ ਉਠਾਉਂਦੇ ਹਨ ਜਿਹੜੇ ਚੰਗੀ ਤਰ੍ਹਾਂ ਪੜ੍ਹਦਾ ਤੇ ਚੰਗੇ ਨੰਬਰ ਲਿਆਉਂਦਾ ਹੈ। ਕਈ ਵਾਰੀ ਤਾਂ ਉਸ ਪ੍ਰਤਿਭਾਸ਼ਾਲੀ ਵਿਦਿਆਰਥੀ ਦਾ ਤਦੋਂ ਤੱਕ ਮਖੌਲ ਉਠਾਇਆ ਜਾਂਦਾ ਹੈ ਜਦੋਂ ਤੱਕ ਉਹ ਇਸ ਨਤੀਜੇ ਤੇ ਨਹੀਂ ਪੁੱਜ ਜਾਂਦਾ कि प्रतिभाशाली होने विच कोई सियाणप नहीं। अपने आले दुआले दे इहो जे नकारात्मक सोचां वालियां नूं नज़र अंदाज कर दिओ। आम करके तुहानूं इस तरह दीयां जिहड़ियां गल्लां कहीआं जांदियां हन उन्हां दा मकसद तुहानूं नीचा दिखाउणा नहीं हुंदा, ਉਹ ਤਾਂ ਕੇਵਲ ਬੋਲਣ ਵਾਲਿਆਂ ਦੀ ਅਸਫਲਤਾ ਅਤੇ ਨਿਰਾਸ਼ਾ ਨੂੰ ਉਜਾਗਰ ਕਰਦੀਆਂ ਹਨ। ਜਿਹੜੇ ਜਾਣਦੇ ਹਨ ਉਹਨਾਂ ਤੋਂ ਹੀ ਸਲਾਹ ਲੈਣ ਦਾ ਅਸੂਲ ਬਣਾਓ। ਬਹੁਤੇ ਲੋਕ ਇਹ ਸੋਚਦੇ ਹਨ ਕਿ ਸਫਲ ਲੋਕਾਂ ਨੂੰ ਮਿਲਣਾ ਸੌਖਾ ਨਹੀਂ ਹੁੰਦਾ। ਇਹ ਗੱਲ ਗਲਤ ਹੈ। ਸੱਚ ਤਾਂ ਇਹ ਹੈ ਕਿ ਇਹਨਾਂ ਨੂੰ ਮਿਲਣਾ ਔਖਾ ਨਹੀਂ ਹੁੰਦਾ। ਦੇਖਣ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਜਿੰਨੀ ਜ਼ਿਆਦਾ ਸਫਲ ਹੋਵੇਗਾ ਉਹ ਉਨਾ ਹੀ ਨਿਮਰ ਹੁੰਦਾ ਹੈ ਤੇ ਦੂਜਿਆਂ ਦੀ ਸਹਾਇਤਾ ਕਰਨ ਵਿੱਚ ਤਿਆਰ ਰਹਿੰਦਾ ਹੈ क्योंकि यह लोग अपने काम ਅਤੇ सफलता ਵਿੱਚ सचमुच दिलचस्पी ਲੈਂਦੇ ਹਨ। इस खातर ਇਹ देखना ਚਾਹੁੰਦੇ ਹਨ कि हर काम सफलता ਨਾਲ ਪੂਰਾ ਹੋਵੇ ਤਾਂ ਜੋ ਜਿਸ ਵੇਲੇ ਉਹ ਰਿਟਾਇਰ ਹੋਣ ਤਾਂ ਉਹਨਾਂ ਦਾ ਵਾਰਿਸ ਇੰਨਾ ਕਾਬਲ ਹੋਵੇ ਕਿ ਉਹ ਹਰ ਕੰਮ ਨੂੰ ਸਫਲਤਾ ਨਾਲ ਕਰ ਸਕੇ। ਉਹਨਾਂ ਲੋਕਾਂ ਨੂੰ ਮਿਲਣਾ ਔਖਾ ਹੁੰਦਾ ਹੈ ਜਿਹੜੇ ਭਵਿੱਖ ਵਿੱਚ ਵੱਡਾ ਬਣਨ ਦੇ ਸੁਪਨੇ ਦੇਖਣ ਵਾਲੇ ਲੋਕ ਹਨ। एक एग्जीक्यूटिव जिस नूं एक घंटे के $40 मिलिया करते सन ने इस गल नूं स्पष्ट किया, मैं एक बिजी औरत हाँ पर मेरे ऑफिस के दरवाजे ते डू नॉट डिस्टर्ब दा बोर्ड नहीं लग्या रहिंदा। लोकां नूं सलाह देना मेरा मुख काम है। असीं अपनी कंपनी के हर बंदे नूं ट्रेनिंग दिंदे हाँ पर जेकर किसी नूं निजी सलाह चाहिदी होवे तां उस नूं बस कह देण दी लोड़ है। मैं अपने कोल हर आउण वाले दी हर समस्या सुनण नूं तैयार रहिंदी हाँ, चाहे वह कंपनी नाल संबंधित होवे निजी होवे। ओह बंदा जिहड़ा नौकरी दे बारे ज़्यादा जानना चाहुंदा है अते काम करन विच ज़्यादा चंगा ढंग नाल सीखना चाहुंदा है उस दी सहायता करना मैनूं सब तो वधिया लगदा है। पर उसका कहना सी मैनू इहो जे फालतू लोगों नूं सलाह देण लई समा बर्बाद करना पसंद नहीं जिहड़े मेरियां सलाहां नूं गंभीरता नाल नहीं लैंदे। जदों तुहाडे कोल सवाल होण तां फर्स्ट क्लास बनो। असफल बंदे तो सलाह लैना उवें दी ही गल है जिवें नीम हकीम तो कैंसर दा इलाज पुछना। साडे देश विच ਜ਼ਹਿਰ ਦਾ ਬੜਾ ਧਿਆਨ ਰੱਖਿਆ ਜਾਂਦਾ ਹੈ, ਸਿਰਫ ਸਰੀਰਕ ਜ਼ਹਿਰ ਦਾ। ਹਰ ਰੈਸਟੋਰੈਂਟ ਫੂਡ ਪੋਇਜ਼ਨਿੰਗ ਦੇ ਬਾਰੇ ਚੌਕਸ ਰਹਿੰਦਾ ਹੈ। ਜੇਕਰ ਕਿਸੇ ਰੈਸਟੋਰੈਂਟ ਵਿੱਚ ਇਹੋ ਜਿਹੇ 1-2 ਮਾਮਲੇ ਹੋ ਜਾਣ ਤਾਂ ਫਿਰ ਗ੍ਰਾਹਕ ਉੱਥੇ ਜਾਣਾ ਛੱਡ ਦਿੰਦੇ ਹਨ। ਸਾਡੇ ਇੱਥੇ ਸੈਂਕੜੇ ਕਾਨੂੰਨ ਹਨ ਜਿਨ੍ਹਾਂ ਰਾਹੀਂ ਜਨਤਾ ਨੂੰ ਸੈਂਕੜੇ ਪ੍ਰਕਾਰ ਦੇ ਸਰੀਰਕ ਜ਼ਹਿਰ ਤੋਂ ਸੁਰੱਖਿਆ ਦਿੱਤੀ ਜਾਂਦੀ ਹੈ। सानू जहर नूं बच्चों तो दूर रखना चाहिए है। असी सरीरक जहर तो बचन की खातर हर संभव उपराला करते हाँ तो सानू इस तरह करना भी चाहिए है। पर एक होर तरह का जहर हुंदा है
ਜਿਹੜਾ ਸ਼ਾਇਦ ਸਰੀਰਕ ਜ਼ਹਿਰ ਤੋਂ ਥੋੜਾ ਜ਼ਿਆਦਾ ਹਾਨੀਕਾਰਕ ਹੁੰਦਾ ਹੈ ਉਹ ਹੈ ਵਿਚਾਰਾਂ ਦਾ ਜ਼ਹਿਰ, ਜਿਸ ਨੂੰ ਗੱਪ-ਸ਼ੱਪ ਵਿੱਚ ਕਿਹਾ ਜਾਂਦਾ ਹੈ। ਵਿਚਾਰਾਂ ਦੇ ਜ਼ਹਿਰ ਅਤੇ ਸਰੀਰਕ ਜ਼ਹਿਰ ਵਿੱਚ ਦੋ ਫਰਕ ਹੁੰਦੇ ਹਨ। ਵਿਚਾਰਕ ਜ਼ਹਿਰ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ, ਸਰੀਰ ਨੂੰ ਨਹੀਂ, ਅਤੇ ਇਸ ਤੋਂ ਇਲਾਵਾ ਇਹ ਜ਼ਿਆਦਾ ਸੂਖਮ ਹੁੰਦਾ ਹੈ। ਜਿਸ ਬੰਦੇ ਨੂੰ ਵਿਚਾਰਕ ਜ਼ਹਿਰ ਦਿੱਤਾ ਜਾ ਰਿਹਾ ਹੈ, ਆਮ ਤੌਰ ਤੇ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਚੱਲਦਾ। ਵਿਚਾਰਕ ਜ਼ਹਿਰ ਸੂਖਮ ਹੁੰਦਾ ਹੈ, ਪਰ ਇਸ ਨਾਲ ਵੱਡੀਆਂ ਚੀਜ਼ਾਂ ਹੋ ਜਾਂਦੀਆਂ ਹਨ। ਇਹ ਸਾਡੀ ਸੋਚ ਤੇ ਆਕਾਰ ਨੂੰ ਘਟਾਉਂਦਾ ਹੈ, ਕਿਉਂਕਿ ਅਸੀਂ ਆਪਣੀ ਸੋਚ ਨੂੰ ਛੋਟੀਆਂ ਮਹੱਤਵਹੀਣ ਗੱਲਾਂ ਤੇ ਕੇਂਦਰਿਤ ਕਰਨ ਲੱਗਦੇ ਹਾਂ। ਇਹ ਲੋਕਾਂ ਦੇ ਬਾਰੇ ਸਾਡੀ ਸੋਚ ਨੂੰ ਉਥਲਾ ਕੇ ਘਟੀਆ ਕਰ ਦਿੰਦਾ ਹੈ, ਕਿਉਂਕਿ ਇਸ ਵਿੱਚ ਤੱਥਾਂ ਨੂੰ ਤੋੜ ਮਰੋੜ ਪੇਸ਼ ਕੀਤਾ ਜਾਂਦਾ ਹੈ ਅਤੇ ਇਹ ਸਾਡੀਆਂ ਅੰਦਰਲੀਆਂ ਅਪਰਾਧ ਬੋਧ ਵੀ ਪੈਦਾ ਕਰ ਦਿੰਦਾ ਹੈ, ਜਿਹੜਾ ਤਦੋਂ ਤੱਕ ਸਾਫ਼ ਦਿਖਾਈ ਦੇ ਜਾਂਦਾ ਹੈ ਜਦੋਂ ਅਸੀਂ ਉਸ ਬੰਦੇ ਦੇ ਸਾਹਮਣੇ ਆਉਂਦੇ ਹਾਂ। ਇਸ ਬਾਰੇ ਗੱਪ-ਸ਼ੱਪ ਕੀਤੀ ਜਾ ਰਹੀ ਸੀ। ਵਿਚਾਰਕ ਜ਼ਹਿਰ ਵਿੱਚ ਸਹੀ ਸੋਚ 0% ਹੁੰਦੀ ਹੈ ਤੇ 100% ਗਲਤ ਸੋਚ। ਤੇ ਇਹ ਗੱਲ ਠੀਕ ਨਹੀਂ ਹੈ ਕਿ ਕੇਵਲ ਔਰਤਾਂ ਹੀ ਗੱਪ-ਸ਼ੱਪ ਵਿੱਚ ਮਜ਼ਾ ਲੈਂਦੀਆਂ ਹਨ। ਹਰ ਦਿਨ ਬਹੁਤ ਸਾਰੇ ਬੰਦੇ ਗੱਪ-ਸ਼ੱਪ ਕਰਦੇ ਵਿਚਾਰਕ ਜ਼ਹਿਰ ਦੇ ਮਾਹੌਲ ਵਿੱਚ ਰਹਿੰਦੇ ਨਜ਼ਰ ਆਉਂਦੇ ਹਨ। ਹਰ ਦਿਨ ਹਜ਼ਾਰਾਂ ਗੱਪਾਂ ਹੁੰਦੀਆਂ ਹਨ, ਜਿਨ੍ਹਾਂ ਦਾ ਵਿਸ਼ਾ ਹੁੰਦਾ ਹੈ ਬਾਸ ਦੀਆਂ ਵਿਵਹਾਰਕ ਜਾਂ ਆਰਥਿਕ ਪਰੇਸ਼ਾਨੀਆਂ, ਮੁਸ਼ਕਲਾਂ, ਬਿੱਲ ਦੀ ਬਿਜ਼ਨਸ ਵਿੱਚ ਅੱਗੇ ਨਿਕਲਣ ਦੀ ਜੋੜ ਤੋੜ, ਜਾਨ ਦੀ ਟਰਾਂਸਫਰ ਦੀ ਸੰਭਾਵਨਾ, ਟੌਮ ਨੂੰ ਪ੍ਰਮੋਸ਼ਨ ਦਿੱਤੇ ਜਾਣ ਪਿੱਛੇ ਛਿਪੇ ਹੋਏ ਕਾਰਨ, ਨਵੇਂ ਬੰਦਿਆਂ ਨੂੰ ਕਿਉਂ ਰੱਖਿਆ ਗਿਆ। ਗੱਪ-ਸ਼ੱਪ ਇਸੇ ਤਰ੍ਹਾਂ ਚੱਲਦੀ ਹੈ। ਮੈਂ ਸੁਣਿਆ ਹੈ, ਨਹੀਂ ਕਿਉਂ, ਇਸ ਨਾਲ ਮੈਨੂੰ ਹੈਰਾਨੀ ਨਹੀਂ ਹੋਈ। ਉਸ ਦੇ ਨਾਲ ਤੇ ਇਹ ਹੋਣਾ ਹੀ ਸੀ, ਕਿਸੇ ਨੂੰ ਦੱਸਣਾ ਨਹੀਂ। ਇਹ ਰਾਜ ਦੀ ਗੱਲ ਹੈ। ਗੱਲਬਾਤ ਸਾਡੀ ਮਨੋਵਿਗਿਆਨਿਕ ਮਾਹੌਲ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਕੁਝ ਚਰਚਾਵਾਂ ਸਿਹਤਮੰਦ ਹੁੰਦੀਆਂ ਹਨ। ਇਹਨਾਂ ਤੋਂ ਤੁਹਾਨੂੰ ਹੱਲਾਸ਼ੇਰੀ ਮਿਲਦੀ ਹੈ। ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਤੁਸੀਂ ਬਸੰਤ ਦੀ ਨਿੱਘੀ ਧੁੱਪ ਵਿੱਚ ਟਹਿਲ ਰਹੇ ਹੋ। ਕੁਝ ਚਰਚਾਵਾਂ ਨਾਲ ਤੁਹਾਨੂੰ ਜੇਤੂ ਹੋਣ ਦਾ ਅਹਿਸਾਸ ਹੁੰਦਾ ਹੈ। ਹਮੇਸ਼ਾ ਫਸਟ ਕਲਾਸ ਬਣੇ ਰਹੋ। ਆਪਣੇ ਹਰ ਕੰਮ 'ਚ ਇਸ ਅਸੂਲ ਦਾ ਪਾਲਣ ਕਰੋ। ਸਮਾਨ ਜਾਂ ਸਰਵਿਸ ਖਰੀਦਣ ਵਿੱਚ ਵੀ। ਇੱਕ ਵਾਰ ਫਸਟ ਕਲਾਸ ਸੋਚ ਦੀ ਸਫਲਤਾ ਸਾਬਤ ਕਰਨ ਲਈ ਮੈਂ ਇੱਕ ਟ੍ਰੇਨੀ ਸਮੂਹ ਨੂੰ ਪੁੱਛਿਆ ਕਿ ਉਹ ਮੈਨੂੰ ਆਪਣੇ ਜੀਵਨ ਦੀਆਂ ਕੁਝ ਇਹੋ ਜਿਹੀਆਂ ਘਟਨਾਵਾਂ ਸੁਣਾਓ ਜਦੋਂ ਉਹਨਾਂ ਨੇ 4 ਆਨੇ ਬਚਾਉਣ ਖਾਤਰ 8 ਆਨਿਆਂ ਦਾ ਨੁਕਸਾਨ ਕਰ ਲਿਆ ਹੋਵੇ। ਇੱਥੇ ਕੁਝ ਐਗਜ਼ਾਮਪਲ ਦਿੱਤੇ ਜਾ ਸਕਦੇ ਹਨ। ਮੈਂ ਫੁੱਟਪਾਥ ਤੋਂ ਇੱਕ ਸਸਤਾ ਸੂਟ ਖਰੀਦ ਲਿਆ। ਮੈਂ ਸੋਚਿਆ ਕਿ ਇਹ ਵਧੀਆ ਸੌਦਾ ਸੀ, ਪਰ ਉਹ ਸੂਟ ਖਰਾਬ ਨਿਕਲਿਆ। ਮਹੀਨਿਆਂ ਤੱਕ ਮੈਂ ਪੈਸੇ ਬਚਾਉਣ ਲਈ ਇੱਕ ਘਟੀਆ ਹੋਟਲ ਵਿੱਚ ਖਾਂਦਾ ਰਿਹਾ। ਜਗ੍ਹਾ ਸਾਫ਼ ਸੁਥਰੀ ਨਹੀਂ ਸੀ, ਖਾਣਾ ਵੀ ਚੰਗਾ ਨਹੀਂ ਸੀ। ਸਰਵਿਸ, ਉਸ ਨੂੰ ਸਰਵਿਸ ਕਹਿਣਾ ਹੀ ਮੂਰਖਤਾ ਹੋਵੇਗੀ, ਤੇ ਗ੍ਰਾਹਕ 3rd ਕਲਾਸ ਆਉਂਦੇ ਸਨ। ਇੱਕ ਦਿਨ ਮੇਰਾ ਦੋਸਤ ਜ਼ਬਰਦਸਤੀ ਮੈਨੂੰ ਇੱਕ ਵਧੀਆ ਰੈਸਟੋਰੈਂਟ ਵਿੱਚ ਲੈ ਗਿਆ। ਉਸਨੇ ਲੰਚ ਦਾ ਆਰਡਰ ਦਿੱਤਾ ਅਤੇ ਮੈਂ ਵੀ। ਮੈਨੂੰ ਜੋ ਮਿਲਿਆ ਉਸ ਤੋਂ ਮੈਂ ਹੈਰਾਨ ਰਹਿ ਗਿਆ। ਵਧੀਆ ਖਾਣਾ, ਵਧੀਆ ਸਰਵਿਸ, ਵਧੀਆ ਮਾਹੌਲ ਤੇ ਪੈਸੇ ਵੀ ਥੋੜੇ ਜਿਹੇ ਹੀ ਜ਼ਿਆਦਾ ਲੱਗੇ। ਇਸ ਘਟਨਾ ਤੋਂ ਮੈਂ ਇੱਕ ਵੱਡਾ ਸਬਕ ਸਿੱਖਿਆ। ਮੈਂ ਕਈ ਵਾਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ, ਪਰ ਮੈਂ ਫਸਟ ਕਲਾਸ ਸਮਾਨ ਕਿਵੇਂ ਖਰੀਦ ਸਕਦਾ ਹਾਂ? ਇਸ ਦਾ ਸਿੱਧਾ ਜਿਹਾ ਜਵਾਬ ਹੈ, ਤੁਸੀਂ ਇਸ ਤੋਂ ਇਲਾਵਾ ਕੋਈ ਦੂਜਾ ਸਮਾਨ ਕਿਵੇਂ ਖਰੀਦ ਸਕਦੇ ਹੋ? ਲੰਮੇ ਸਮੇਂ ਵਿੱਚ ਚੰਗਾ ਮਾਲ ਖਰੀਦਣਾ ਹਮੇਸ਼ਾ ਸਸਤਾ ਪੈਂਦਾ ਹੈ। ਇਸ ਤੋਂ ਇਲਾਵਾ ਢੇਰ ਸਾਰੀਆਂ ਘਟੀਆ ਚੀਜ਼ਾਂ ਹੋਣ ਤੋਂ ਇਹ ਵਧੀਆ ਹੈ ਤੁਹਾਡੇ ਕੋਲ ਘਟੀਆ ਚੀਜ਼ਾਂ ਹੋਣ ਪਰ ਚੰਗੀਆਂ ਹੋਣ। 3 ਜੋੜੀਆਂ ਘਟੀਆ ਬੂਟ ਹੋਣ ਤੋਂ ਇੱਕ ਜੋੜੀ ਵਧੀਆ ਬੂਟ ਹਮੇਸ਼ਾ ਵਧੀਆ ਹੁੰਦੀ ਹੈ। ਲੋਕ ਕੁਆਲਿਟੀ ਦੇ ਹਿਸਾਬ ਨਾਲ ਤੁਹਾਡਾ ਮੁਲਾਂਕਣ ਕਰਦੇ ਹਨ, ਚਾਹੇ ਉਹ ਅਣਜਾਣ ਵਿੱਚ ਇਸ ਤਰ੍ਹਾਂ ਕਰਦੇ ਹੋਣ। ਕੁਆਲਿਟੀ ਦਾ ਧਿਆਨ ਰੱਖੋ, ਇਸ ਨਾਲ ਫਾਇਦਾ ਹੁੰਦਾ ਹੈ ਅਤੇ ਇਸ ਤੋਂ ਜ਼ਿਆਦਾ ਖਰਚ ਵੀ ਨਹੀਂ ਹੁੰਦਾ। ਜ਼ਿਆਦਾਤਰ ਸਮਾਂ ਫਸਟ ਕਲਾਸ ਬਣਨ ਵਿੱਚ 2nd ਕਲਾਸ ਦੀ ਤੁਲਨਾ ਵਿੱਚ ਘੱਟ ਪੈਸੇ ਲੱਗਦੇ ਹਨ।